ਇਸ ਸੰਦੇਸ਼ ਦਾ ਟਾਈਟਲ ਹੈ ਵਟ ਕਾਈਂਡ ਆਫ ਬਿਲੀਵਰ ਆਰ ਯੂ। ਤੁਸੀਂ ਕਿਸ ਕਿਸਮ ਦੇ ਵਿਸ਼ਵਾਸੀ ਹੋ। ਇਹ ਸੰਦੇਸ਼ ਪਰਮੇਸ਼ਰ ਦੇ ਬੰਦੇ ਬ੍ਰਦਰ ਡਾਲਟਨ ਬਰੂਸ ਨੇ 12 ਅਪ੍ਰੈਲ 2020 ਨੂੰ ਬੈਥਲ ਦਾ ਹਾਊਸ ਆਫ ਗॉड ਟ੍ਰਿਨਡਾਡ ਦੇ ਵਿੱਚ ਪ੍ਰਚਾਰ ਕੀਤਾ। ਇਹ ਤੁਹਾਡਾ ਛੋਟਾ ਸੇਵਾਦਾਰ ਭਾਈ ਬਰੂਸ ਹੈ, ਜੋ ਕਿ ਆਪਣੇ ਝੂਲੇ ਤੋਂ ਤੁਹਾਡੀ ਸੇਵਾ ਕਰ ਰਿਹਾ ਹੈ। ਜਦ ਕਿ ਚਰਚ ਹੁਣ ਇੱਕ ਸਮੇਂ ਲਈ ਬੰਦ ਹੈ, ਇਸ ਸਵੇਰ ਮੈਂ ਪ੍ਰਭੂ ਦੀ ਅਗਵਾਈ ਪਾਇਆ ਹੋਇਆ ਮਹਿਸੂਸ ਕਰ ਰਿਹਾ ਹਾਂ ਕਿ ਤੁਹਾਡੇ ਨਾਲ ਬੋਲਾਂ ਅਤੇ ਜ਼ਰੂਰੀ ਸਵਾਲ ਪੁੱਛ ਰਿਹਾ ਹਾਂ ਕਿ ਤੁਸੀਂ ਆਤਮਿਕ ਰੂਪ ਵਿੱਚ ਕਿੱਦਾਂ ਚੱਲ ਰਹੇ ਹੋ। ਤੁਹਾਨੂੰ ਮੈਨੂੰ ਪੁੱਛਣ ਦੀ ਲੋੜ ਨਹੀਂ ਜੇ ਤੁਸੀਂ ਆਤਮਿਕ ਰੂਪ ਵਿੱਚ ਵਧੀਆ ਕਰ ਰਹੇ ਹੋ, ਕਿਉਂਕਿ ਲਿਖਤਾਂ ਦੱਸਦੀਆਂ ਹਨ ਕਿ ਆਪਣੀ ਨੇਚਾ ਨੂੰ ਪਰਖੋ, ਆਪਣੇ ਆਪ ਨੂੰ ਪਰਖੋ, ਵੇਖੋ ਕਿ ਤੁਸੀਂ ਨੇਚਾ ਵਿੱਚ ਹੋ ਕੇ ਨਹੀਂ, ਤਾਂ ਕਿ ਤੁਸੀਂ ਆਪਰਵਾਨ ਨਾ ਹੋਵੋ। 2 ਕੁਰਿੰਥੀਆਂ ਉਹਦਾ 13ਵਾਂ ਅਧਿਆਇ ਉਹਦੀ 5 ਆਇਤ। ਆਪਣਾ ਪਰਤਾਵਾ ਕਰੋ ਕਿ ਤੁਸੀਂ ਨੇਚਾ ਵਿੱਚ ਹੋ ਜਾਂ ਨਹੀਂ। ਆਪਣੇ ਆਪ ਨੂੰ ਪਰਖੋ, ਅਥਵਾ ਕੀ ਤੁਸੀਂ ਆਪ ਨੂੰ ਨਹੀਂ ਜਾਣਦੇ ਜੋ ਯਿਸੂ ਮਸੀਹ ਤੁਹਾਡੇ ਵਿੱਚ ਹੈ, ਜੇ ਤੁਸੀਂ ਆਪਰਵਾਨ ਨਾ ਹੋ। ਬਹੁਤ ਵਾਰ ਲੋਕ ਆਖਦੇ ਹਨ, ਮੈਂ ਪਰਮੇਸ਼ਰ ਨੂੰ ਨਿਰਾਸ਼ ਕੀਤਾ ਹੈ, ਮੈਂ ਚਰਚ ਨੂੰ ਨਿਰਾਸ਼ ਕੀਤਾ ਹੈ, ਮੈਂ ਪ੍ਰਚਾਰਕ ਨੂੰ ਨਿਰਾਸ਼ ਕੀਤਾ ਹੈ, ਪਾਸਟਰ ਨੂੰ ਨਿਰਾਸ਼ ਕੀਤਾ ਹੈ। ਇਹ ਗਲਤ ਬਿਆਨ ਹੈ। ਤੁਸੀਂ ਪਰਮੇਸ਼ਰ ਨੂੰ ਨਿਰਾਸ਼ ਨਹੀਂ ਕਰ ਸਕਦੇ, ਤੁਸੀਂ ਪ੍ਰਚਾਰਕ ਨੂੰ ਨਿਰਾਸ਼ ਨਹੀਂ ਕਰ ਸਕਦੇ, ਤੁਸੀਂ ਚਰਚ ਨੂੰ ਨਿਰਾਸ਼ ਨਹੀਂ ਕਰ ਸਕਦੇ, ਪਰ ਤੁਸੀਂ ਆਪਣੇ ਆਪ ਨੂੰ ਨਿਰਾਸ਼ ਕਰਦੇ ਹੋ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਆਪਣੇ ਆਪ ਨੂੰ ਧਰਤੀ ਦੀ ਡੂੰਘਾਈ ਤੱਕ ਥੱਲੇ ਨਾ ਕਰੋ, ਜੋ ਕਿ ਨਰਕ ਅਤੇ ਅੱਗ ਦੀ ਬਲਦੀ ਝੀਲ ਹੈ। ਇਹ ਜਵਾਬ ਤੁਹਾਡੇ ਲਈ ਹੈ ਕਿ ਤੁਸੀਂ ਆਤਮਿਕ ਰੂਪ ਵਿੱਚ ਕਿੱਦਾਂ ਚੱਲ ਰਹੇ ਹੋ। ਮਸੀਹੀ ਹੋਣ ਦੇ ਨਾਤੇ ਤੁਹਾਨੂੰ ਇਸ ਪ੍ਰਸ਼ਨ ਦਾ ਉੱਤਰ ਦੇਣ ਦੀ ਲੋੜ ਹੈ। ਪਰਮੇਸ਼ਰ ਨੂੰ ਉੱਤਰ ਨਾ ਦਿਓ, ਕਿਉਂਕਿ ਉਹ ਤਾਂ ਪਹਿਲਾਂ ਹੀ ਜਾਣਦਾ ਹੈ ਕਿ ਤੁਸੀਂ ਆਤਮਿਕ ਰੂਪ ਵਿੱਚ ਕਿਵੇਂ ਕਰ ਰਹੇ ਹੋ। ਸਭ ਆਪਣੇ ਦਿਲਾਂ ਵਿੱਚ ਜਾਣਦੇ ਹਨ। ਤੁਹਾਨੂੰ ਲੋੜ ਨਹੀਂ ਹੈ ਕਿ ਤੁਸੀਂ ਮੇਰੇ ਵਰਗੇ ਛੋਟੇ ਵਿਅਕਤੀ ਨੂੰ ਜਵਾਬ ਦੇਵੋ, ਪਰ ਇਹ ਸਵਾਲ ਤੁਹਾਨੂੰ ਨਿੱਜੀ ਤੌਰ 'ਤੇ ਹੈ, ਤਾਂ ਕਿ ਤੁਸੀਂ ਆਪਣੇ ਆਪ ਦੀ ਜਾਂਚ ਕਰਕੇ ਲਿਖਤਾਂ ਨੂੰ ਪੂਰਾ ਕਰੋ ਅਤੇ ਵੇਖੋ ਕਿ ਤੁਸੀਂ ਨੇਚਾ ਵਿੱਚ ਹੋ। ਇਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸਮਾਂ ਹੈ ਜਿਸ ਵਿੱਚ ਅਸੀਂ ਰਹਿ ਰਹੇ ਹਾਂ। ਮੈਨੂੰ ਯਕੀਨ ਹੈ ਕਿ ਇਸ ਛੋਟੇ ਸੰਦੇਸ਼ ਦੁਆਰਾ ਸਭ ਸਮਝਦੇ ਹਨ ਕਿ ਇਹ ਵਬਾ ਮਹਾਂਮਾਰੀ ਇੱਕ ਹਲੂਣਾ ਦੇਣ ਵਾਲਾ ਸੱਦਾ ਸੀ ਅਤੇ ਇਹ ਸਾਰੇ ਸੰਸਾਰ ਨੂੰ ਹਿਲਾਉਣ ਵਾਸਤੇ ਹੈ। ਹਰੇਕ ਸਰਕਾਰ ਨੂੰ, ਹਰੇਕ ਦੇਸ਼ ਨੂੰ, ਸੰਯੁਕਤ ਰਾਜ ਦੇਸ਼ਾਂ ਨੂੰ, ਪਾਪੀ ਜਾਂ ਸੰਤ, ਉਸ ਵੱਡੇ ਧਰਮ ਨੂੰ ਜਿਨ੍ਹਾਂ ਨੇ ਮਲਾਕੀ 4-5-6 ਦੇ ਮਹਾਨ ਨਬੀ ਨੂੰ ਠੁਕਰਾ ਕੇ ਆਪਣੇ ਰਾਹ 'ਤੇ ਕੁਫਰ ਬੋਲਿਆ ਹੈ, ਉਹਨਾਂ ਨੂੰ ਜਗਾਇਆ ਨਹੀਂ ਜਾ ਸਕਦਾ। ਉਹਨਾਂ ਨੂੰ ਜ਼ਰੂਰ ਹੀ ਆਪਣੇ ਨਿਆਂ ਦੇ ਲਈ ਤਿਆਰ ਹੋ ਜਾਣਾ ਚਾਹੀਦਾ ਹੈ। ਸੰਦੇਸ਼ ਪਿੱਛੇ ਚੱਲਣ ਵਾਲਿਆਂ ਦੇ ਲਈ ਇਹ ਇੱਕ ਜਗਾਉਣ ਵਾਲਾ ਸੱਦਾ ਹੈ, ਵੇਕਅਪ ਕਾਲ ਹੈ। ਜਿੰਨੇ ਵੀ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ, ਉਹਨਾਂ ਸਭ ਦੇ ਲਈ ਇਹ ਜਗਾਉਣ ਵਾਲਾ ਇੱਕ ਸੱਦਾ ਹੈ। ਇਸ ਤੋਂ ਵੱਧ ਕਿ ਉਹ ਲੋਕ ਜੋ ਇਹ ਦਾਅਵਾ ਕਰਦੇ ਹਨ ਕਿ ਉਹ ਸੱਚਾਈ ਨੂੰ ਜਾਣਦੇ ਹਨ ਅਤੇ ਉਹ ਦੂਜਿਆਂ ਨਾਲੋਂ ਵਧੀਆ ਹਨ। ਭਾਵੇਂ ਉਹਨਾਂ ਦੇ ਕੋਲ ਸੱਚਾਈ ਹੈ, ਪਰ ਸਾਡੇ ਕੋਲ ਕਿਸੇ ਚੀਜ਼ ਦੀ ਘਾਟ ਹੈ ਜੋ ਕਿ ਬਹੁਤ ਹੀ ਮਹਾਨ ਹੈ। ਅਜਿਹੀ ਚੀਜ਼ ਜੋ ਸਾਨੂੰ ਰੈਪਚਰ ਵਿੱਚ ਲੈ ਕੇ ਜਾਵੇਗੀ। ਇਹ ਹੀ ਇਕਲੌਤੀ ਚੀਜ਼ ਹੈ ਜੋ ਇਨਸਾਨਾਂ ਨੂੰ ਰੈਪਚਰ ਵਿੱਚ ਲੈ ਕੇ ਜਾਵੇਗੀ, ਜਿਸ ਨੂੰ ਦੁਲਹਨ ਦੀ ਭਾਸ਼ਾ ਵਿੱਚ ਟੋਕਨ ਕਹਿੰਦੇ ਹਨ, ਪਵਿੱਤਰ ਆਤਮਾ ਦਾ ਫਿਰ ਤੋਂ ਬਹਾਇਆ ਜਾਣਾ। ਅਤੇ ਪਰਮੇਸ਼ਰ ਸਜ਼ਾ ਦੁਆਰਾ, ਹੌਸਲਾ ਅਫਜ਼ਾਈ ਕਰਨ ਦੁਆਰਾ ਅਤੇ ਪਰਮੇਸ਼ਰ ਵਚਨ ਦੁਆਰਾ ਲੋਕਾਂ ਦੀ ਮਦਦ ਕਰਨ ਦੀ ਸਭ ਤੋਂ ਵਧੀਆ ਕੋਸ਼ਿਸ਼ ਕਰ ਰਿਹਾ ਹੈ, ਤਾਂ ਕਿ ਲੋਕ ਪਵਿੱਤਰ ਆਤਮਾ ਦੇ ਵਹਾਏ ਜਾਣ ਨੂੰ ਪਾਉਣ ਦੇ ਲਈ ਤਿਆਰ ਹੋਣ। ਇਸ ਵਬਾ ਦੁਆਰਾ ਜੋ ਲੰਘ ਰਹੀ ਹੈ, ਇੱਕ ਹੋਰ ਚੀਜ਼ ਪ੍ਰਗਟ ਹੋਈ ਹੈ ਅਤੇ ਉਹ ਇਹ ਹੈ ਕਿ ਦੁਲਹਨ ਪਲੇਨ ਸੰਦੇਸ਼ ਵਿੱਚ ਇਕੱਠੀ ਨਹੀਂ ਹੋਈ ਹੈ ਅਤੇ ਨਾ ਹੀ ਬੈਤਲ ਪਰਮੇਸ਼ਰ ਦੇ ਘਰ ਵਿੱਚ ਇਕੱਠੀ ਹੋਈ ਹੈ ਅਤੇ ਨਾ ਹੀ ਕਿਸੇ ਹੋਰ ਜਗ੍ਹਾ 'ਤੇ। ਅਸੀਂ ਗੋਸ਼ਨ ਵਿੱਚ ਨਹੀਂ ਹਾਂ, ਜੋ ਕਿ ਮਿਸਰ ਦਾ ਨਮੂਨਾ ਸੀ। ਇੱਕ ਜਗ੍ਹਾ ਨੂੰ ਚੁਣਿਆ ਗਿਆ ਸੀ ਜਿੱਥੇ ਲੋਕਾਂ ਨੂੰ ਮੂਸਾ ਦੁਆਰਾ ਭੇਜੀ ਗਈ ਵਬਾ ਤੋਂ ਸੁਰੱਖਿਅਤ
ਰੱਖਿਆ ਜਾਵੇ ਜਿੱਥੇ ਉਹਨਾਂ ਉੱਪਰ ਬਵਾ ਦਾ ਕੁਝ ਨਾ ਪਵੇ। ਅਸੀਂ ਗੋਸ਼ਨ ਵਿੱਚ ਨਹੀਂ ਹਾਂ, ਜਿਵੇਂ ਕਿ ਸਾਡੇ ਕਈ ਪਿਆਰੇ ਲੋਕ ਜੋ ਕਿ ਇਸ ਮੈਸੇਜ ਵਿੱਚ ਇਸ ਚੀਜ਼ ਨੂੰ ਬ੍ਰੌਡਕਾਸਟ ਕਰ ਰਹੇ ਹਨ, ਪ੍ਰਚਾਰ ਕਰ ਰਹੇ ਹਨ। ਅਸੀਂ ਜਾਣਦੇ ਹਾਂ ਅਤੇ ਅਸੀਂ ਪੋਜ਼ੀਟਿਵ ਹਾਂ ਕਿ ਸਾਡੇ ਕੋਲ ਸੱਚਾਈ ਹੈ। ਪਰਮੇਸ਼ਵਰ ਨੇ ਆਪਣਾ ਪ੍ਰਕਾਸ਼ਨ ਸਾਡੇ ਵਿੱਚੋਂ ਬਹੁਤਿਆਂ 'ਤੇ ਪ੍ਰਗਟ ਕੀਤਾ ਹੈ, ਭਾਵੇਂ ਕਿ ਸਾਡੇ ਵਿੱਚੋਂ ਕਈ ਪਿੱਛੇ ਰਹਿ ਰਹੇ ਹਨ। ਉਹ ਸਾਡੇ ਪ੍ਰਤੀ ਬਹੁਤ ਹੀ ਭਲਾ ਅਤੇ ਬਹੁਤ ਹੀ ਅਦਭੁਤ ਰਿਹਾ ਹੈ। ਅਸੀਂ ਸਰਵ ਸ਼ਕਤੀਮਾਨ ਦੀ ਹਜ਼ੂਰੀ ਦਾ ਤਜਰਬਾ ਕੀਤਾ ਹੈ ਅਤੇ ਉਹ ਸਾਨੂੰ ਦੱਸ ਰਿਹਾ ਹੈ ਕਿ ਉਸ ਦੇ ਨੇੜੇ ਕਿਵੇਂ ਜਾਣਾ ਹੈ। 2019 ਵਿੱਚ ਇਹ ਜੋ ਤੌਬਾ ਦੇ ਉੱਪਰ ਮਹਾਨ ਸੰਦੇਸ਼ ਪ੍ਰਚਾਰ ਕੀਤੇ ਗਏ ਹਨ, ਉਹਨਾਂ ਦੁਆਰਾ ਪਰਮੇਸ਼ਵਰ ਸਾਨੂੰ ਇਹ ਯਾਦ ਕਰਵਾਉਣਾ ਚਾਹੁੰਦਾ ਹੈ ਕਿ ਅਸੀਂ ਉਸ ਦੇ ਕੋਲ ਵਾਪਸ ਜਾਈਏ ਅਤੇ ਦੱਸ ਰਿਹਾ ਹੈ ਕਿ ਉਸ ਦੀ ਵਰਸ਼ਿਪ ਕਿਵੇਂ ਕਰਨੀ ਹੈ ਅਤੇ ਉਸ ਨੂੰ ਸੰਬੋਧਨ ਕਿਵੇਂ ਕਰਨਾ ਹੈ, ਜਿਸ ਨੂੰ ਅਸੀਂ ਪ੍ਰਭੂ ਦੀ ਪ੍ਰਾਰਥਨਾ ਕਹਿੰਦੇ ਹਾਂ। ਉਸ ਉੱਪਰ ਉਸ ਨੇ ਕੁਝ ਪ੍ਰਗਟ ਕੀਤਾ ਹੈ ਕਿ ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਇਸ ਤਰੀਕੇ ਨਾਲ ਪ੍ਰਾਰਥਨਾ ਕਰੋ, ਅਤੇ ਇਹ ਇੱਕ ਅਲੱਗ ਰੋਸ਼ਨੀ ਵਿੱਚ ਆ ਰਿਹਾ ਹੈ ਅਤੇ ਇਹ ਪ੍ਰਭੂ ਦੇ ਲੋਕਾਂ ਨੂੰ ਸਮਝ ਦੇਵੇਗਾ ਜੋ ਉਸ ਦੀ ਆਗਿਆਕਾਰੀ ਕਰਨਗੇ। ਸਾਨੂੰ ਆਗਿਆਕਾਰੀ ਕਰਨੀ ਚਾਹੀਦੀ ਹੈ। ਜਦ ਕਿ ਚਰਚ ਦੇ ਬੂਹੇ ਬੰਦ ਹੋ ਚੁੱਕੇ ਹਨ, ਅਸੀਂ ਆਪਣੀ ਸੁਰੱਖਿਆ ਦੇ ਲਈ ਬੂਹੇ ਬੰਦ ਕੀਤੇ ਹਨ ਅਤੇ ਸਰਕਾਰ ਨੇ ਬਹੁਤ ਹੀ ਵਧੀਆ ਫੈਸਲਾ ਲਿਆ ਹੈ। ਅਸੀਂ ਉਸ ਦੇ ਨਾਲ ਜਰਾ ਜਿੰਨਾ ਵੀ ਗੁੱਸੇ ਨਹੀਂ ਹਾਂ। ਇਹ ਪ੍ਰਭੂ ਦਾ ਹੀ ਕੰਮ ਹੈ। ਪਰਮੇਸ਼ਵਰ ਨੇ ਸਾਨੂੰ 32ਵੀਂ ਵਾਰ ਮੋਹਰਾਂ ਦਾ ਪ੍ਰਚਾਰ ਕਰਨ ਦਾ ਮੌਕਾ ਦਿੱਤਾ ਹੈ ਅਤੇ ਮਹਾਨ ਪ੍ਰਕਾਸ਼ਨ ਵਿਸ਼ਵਾਸੀ ਲੋਕਾਂ ਨੂੰ ਪ੍ਰਚਾਰ ਕੀਤਾ ਗਿਆ। ਇਹ ਸੰਦੇਸ਼ ਲੋਕਲ ਸੰਤਾਂ ਦੇ ਲਈ ਹੈ ਅਤੇ ਵਿਦੇਸ਼ ਦੇ ਸੰਤਾਂ ਲਈ ਹੈ, ਭਾਵੇਂ ਉਹ ਕਿਤੇ ਵੀ ਹਨ, ਇੱਥੋਂ ਤੱਕ ਕਿ ਹੋਰ ਧਰਮਾਂ ਦੇ ਲਈ ਅਤੇ ਟੋਕਨ ਦਾ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਹੈ। ਮੈਂ ਤੁਹਾਡਾ ਸਾਰਿਆਂ ਦਾ ਧਿਆਨ ਇਸ ਸੰਦੇਸ਼ ਵੱਲ ਦਿਵਾਉਣਾ ਚਾਹੁੰਦਾ ਹਾਂ। ਪਰਮੇਸ਼ਵਰ ਸਾਨੂੰ ਮਹਾਨ ਪ੍ਰਕਾਸ਼ਨਾਂ ਦੀ ਉਚਾਈ ਦੀ ਵੀ ਉਚਾਈ ਅਤੇ ਡੂੰਘਾਈਆਂ ਦੀ ਵੀ ਡੂੰਘਾਈ ਲਈ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਨੂੰ ਹੁਣ ਧਿਆਨ ਦੇਣਾ ਪੈਣਾ ਹੈ। ਮੈਂ ਹੁਣ ਆਖਦਾ ਹਾਂ ਅਤੇ ਇਹ ਕਿ ਉੱਥੇ 3 ਪ੍ਰਕਾਰ ਦੇ ਵਿਸ਼ਵਾਸੀ ਹਨ। ਮੇਰਾ ਇਹ ਪ੍ਰਸ਼ਨ ਉਹਨਾਂ ਸਾਰਿਆਂ ਦੇ ਲਈ ਹੈ ਜੋ ਮੇਰੀ ਆਵਾਜ਼ ਸੁਣਨਗੇ, ਜੋ ਬੈਤਲ ਤੋਂ, ਕੈਰੇਬੀਅਨ ਦੇਸ਼ਾਂ ਤੋਂ, ਭਾਰਤ, ਅਫਰੀਕਾ, ਸੰਸਾਰ ਦੇ ਹੋਰ ਬਹੁਤ ਸਾਰੇ ਹਿੱਸਿਆਂ ਤੋਂ ਹਨ। ਵਿਸ਼ਵਾਸੀ ਜਾਂ ਬੇਪਰਤੀਤੇ। ਮੈਂ ਇਹ ਹਲੀਮ ਸਵਾਲ ਪੁੱਛਦਾ ਹਾਂ। ਮਲਾਕੀ 4 ਨੇ ਕਿਹਾ ਅਤੇ ਉਸ ਨੇ 3 ਪ੍ਰਕਾਰ ਦੇ ਵਿਸ਼ਵਾਸੀ ਨਾਮਕ ਸੰਦੇਸ਼ ਦਾ ਪ੍ਰਚਾਰ ਕੀਤਾ। ਮੈਂ ਤੁਹਾਨੂੰ ਪੁੱਛਦਾ ਹਾਂ ਕਿ ਤੁਸੀਂ ਕਿਸ ਕਿਸਮ ਦੇ ਵਿਸ਼ਵਾਸੀ ਹੋ? ਕੀ ਤੁਸੀਂ ਸੱਚੇ ਵਿਸ਼ਵਾਸੀ ਹੋ ਜਾਂ ਢੋਂਗੀ ਵਿਸ਼ਵਾਸੀ ਹੋ ਜਾਂ ਤੁਸੀਂ ਬੇਪਰਤੀਤੇ ਹੋ? ਸਮਾਂ ਹੀ ਇਹ ਦੱਸੇਗਾ ਅਤੇ ਟੋਕਨ ਜੋ ਕਿ ਪਵਿੱਤਰ ਆਤਮਾ ਦਾ ਵਹਾਇਆ ਜਾਣਾ ਹੈ, ਉਹ ਆ ਰਿਹਾ ਹੈ। ਉਹ ਹੀ ਇਸ ਨੂੰ ਚਮਕ ਜਾਂ ਰੋਸ਼ਨੀ ਦੇ ਨਾਲ ਪ੍ਰਗਟ ਕਰੇਗਾ। ਬਹੁਤ ਸਾਰੇ ਰੈਪਚਰ ਵਿੱਚ ਜਾਣਗੇ ਅਤੇ ਬਹੁਤ ਸਾਰੇ ਕਲੇਸ਼ ਕਾਲ ਵਿੱਚ ਜਾਣਗੇ। ਤੁਸੀਂ ਆਪਣੇ ਆਪ ਦੀ ਜਾਂਚ ਕਰਨ ਦੁਆਰਾ ਆਪਣੇ ਆਪ ਨੂੰ ਇਸ ਸਵਾਲ ਦਾ ਉੱਤਰ ਦਿਓ। ਮੈਂ ਆਸ ਕਰਦਾ ਹਾਂ ਅਤੇ ਮੈਂ ਭਰੋਸਾ ਕਰਦਾ ਹਾਂ ਅਤੇ ਪ੍ਰਾਰਥਨਾ ਕਰਦਾ ਹਾਂ ਅਤੇ ਮੇਰੀ ਇੱਛਾ ਹੈ ਅਤੇ ਪਿਛਲੇ 53 ਸਾਲਾਂ ਤੋਂ ਬਿਨਾਂ ਰੁਕੇ ਮੈਂ ਮਿਹਨਤ ਕੀਤੀ ਹੈ ਇਸ ਆਸ ਨਾਲ ਕਿ ਸਾਰੇ ਹੀ ਸੱਚੇ ਵਿਸ਼ਵਾਸੀ ਹਨ ਅਤੇ ਸਾਰੇ ਹੀ ਰੈਪਚਰ ਵਿੱਚ ਜਾਣਗੇ। ਮੈਂ ਉਹਨਾਂ ਲਈ ਪ੍ਰਾਰਥਨਾ ਕਰਦਾ ਹਾਂ ਜਿਨ੍ਹਾਂ ਨੇ ਭਾਵੇਂ ਕਿ ਕਲੇਸ਼ ਕਾਲ ਵਿੱਚ ਜਾਣਾ ਚੁਣ ਲਿਆ ਹੈ। ਉਹ ਵੀ ਪਰਮੇਸ਼ਵਰ ਦੇ ਬੱਚੇ ਹਨ। ਬੇਪਰਤੀਤਿਆਂ ਨੇ ਆਪਣੀ ਚੋਣ ਆਪ ਕਰਨੀ ਹੈ। ਸੰਸਾਰ ਵਿੱਚ ਸਾਡੇ ਕੋਲ ਕਰੋੜਾਂ ਕਰੋੜਾਂ ਲੋਕ ਹਨ ਜੋ ਬੇਪਰਤੀਤੇ ਹਨ। ਬਹੁਤਿਆਂ ਨੇ ਪਵਿੱਤਰ ਆਤਮਾ ਦੇ ਖਿਲਾਫ ਕੁਫਰ ਬੋਲਿਆ ਹੈ ਜਿਸ ਦੀ ਕੋਈ ਮਾਫੀ ਨਹੀਂ ਹੈ। ਇੱਥੇ 3 ਪ੍ਰਕਾਰ ਦੇ ਵਿਸ਼ਵਾਸੀ ਹਨ। ਸਾਰੇ ਮਸੀਹੀਆਂ ਦੁਆਰਾ ਇਸ ਪ੍ਰਸ਼ਨ ਦਾ ਉੱਤਰ ਦਿੱਤਾ ਜਾਣਾ ਜ਼ਰੂਰੀ ਹੈ ਅਤੇ ਉਹ ਜੋ ਚੁਣਨਗੇ ਕਿ ਕਿਸ ਤਰ੍ਹਾਂ ਦੇ ਵਿਸ਼ਵਾਸੀ ਉਹ ਹੋਣਾ ਚਾਹੁੰਦੇ ਹਨ। ਪਰਮੇਸ਼ਵਰ ਨੇ ਉਹਨਾਂ ਨੂੰ ਮਹਾਨ ਚੋਣ ਦਿੱਤੀ ਹੈ। ਹੋਵੇ ਕਿ ਸਵਰਗੀ ਪਿਤਾ ਹੀ ਸਾਡੀ ਮਦਦ ਕਰੇ ਕਿ ਅਸੀਂ ਸਹੀ ਚੋਣ ਕਰ ਸਕੀਏ। ਕੀ ਮੈਂ ਇੱਥੇ ਰੁਕਾਂ ਜਿੱਦਾਂ ਕਿ ਮੈਂ ਆਪਣੇ ਸਧਾਰਨ ਫੋਨ, ਇਲੈਕਟ੍ਰੋਨਿਕ ਯੰਤਰ 'ਤੇ ਪ੍ਰਚਾਰ ਕਰ ਰਿਹਾ ਹਾਂ ਅਤੇ
ਕੁਝ ਹੋਰ ਚੀਜ਼ਾਂ ਬੋਲਾਂ ਅਤੇ ਵਿਸ਼ਵਾਸੀ ਅਤੇ ਉਹਦੇ ਫਲਾਂ ਨੂੰ ਵਿਖਾਵਾਂ, ਅਤੇ ਢੋਂਗੀ ਵਿਸ਼ਵਾਸੀ ਅਤੇ ਉਹਦੇ ਫਲਾਂ ਨੂੰ ਵਿਖਾਵਾਂ, ਅਤੇ ਬੇਪਰਤੀਤੇ ਤਾਂ ਪਹਿਲਾਂ ਹੀ ਮਲਾਕੀ 4 ਦੇ ਨਬੀ ਵਿਲੀਅਮ ਬ੍ਰਾਨਹਮ ਦੁਆਰਾ ਸੰਦੇਸ਼ ਅੰਤ ਸਮੇਂ ਦੇ ਮਸਾ ਕੀਤੀ ਹੋਏ ਵਿੱਚ ਘੋਸ਼ਿਤ ਕੀਤੇ ਗਏ ਹਨ, ਅਤੇ ਪਰਮੇਸ਼ਰ ਦੇ ਮਹਾਨ ਜਨ ਰੋਬਰਟ ਲੀ ਲਾਂਬਰਟ ਦੁਆਰਾ ਘੋਸ਼ਿਤ ਕੀਤੇ ਗਏ ਹਨ। ਮੈਂ ਇੱਥੇ ਰੁਕਾਂਗਾ ਅਤੇ ਆਪਣੇ ਸੰਦੇਸ਼ ਨੂੰ ਛੋਟਾ ਕਰਾਂਗਾ ਅਤੇ ਇੱਕ ਹੋਰ ਆਰਟੀਕਲ ਲਵਾਂਗਾ ਜੋ ਇਹਨਾਂ 3 ਪ੍ਰਕਾਰ ਦੇ ਵਿਸ਼ਵਾਸੀਆਂ ਨੂੰ ਪੁਆਇੰਟ ਆਊਟ ਕਰੇ। ਸਰਬ ਸ਼ਕਤੀਮਾਨ ਦੀਆਂ ਬਰਕਤਾਂ ਤੁਹਾਡੇ ਉੱਪਰ ਹੋਣ। ਆਮੀਨ। ਮੈਂ ਇਹ ਘੋਸ਼ਿਤ ਕਰਦਾ ਹਾਂ ਕਿ ਪਰਮੇਸ਼ਰ ਨੇ ਇਹ ਬਵਾ ਧਰਤੀ ਉੱਪਰ ਭੇਜੀ ਹੈ। ਉਹ ਜੋ ਚਾਹੁਣ ਇਹਨੂੰ ਆਖ ਸਕਦੇ ਹਨ। ਅਸੀਂ ਉਹਨਾਂ ਦਾ ਖੰਡਨ ਜਾਂ ਵਿਰੋਧ ਨਹੀਂ ਕਰਾਂਗੇ। ਮੈਂ ਕਿਸੇ ਮਸੀਹੀ ਨੂੰ ਕਾਇਲ ਕਰਨ ਤੋਂ ਬਿਨਾਂ ਬਾਈਬਲ ਅਤੇ ਨਬੀ ਦੇ ਸੰਦੇਸ਼ਾਂ ਦੁਆਰਾ ਇਸ ਤੱਥ ਦੀ ਘੋਸ਼ਣਾ ਕਰਦਾ ਹਾਂ। ਚੀਜ਼ਾਂ ਦਿਖੀਆਂ ਹਨ ਅਤੇ ਦਿਖਾਈ ਦੇਣਗੀਆਂ ਅਤੇ ਜਿਉਂਦੇ ਪਰਮੇਸ਼ਰ ਦੇ ਟੈਸਟ ਦੁਆਰਾ ਦਿਖਦੀਆਂ ਰਹਿਣਗੀਆਂ। ਇਹ ਬਵਾ ਜੋ ਹੁਣ ਗੁਜ਼ਰ ਰਹੀ ਹੈ ਹਰੇਕ ਜਗ੍ਹਾ ਮਸੀਹੀਆਂ ਨੂੰ ਜਗਾਉਣ ਵਾਸਤੇ ਹੈ, ਅਤੇ ਜੋ ਕਿ ਚੁਣੇ ਹੋਏ ਹਨ, ਇੱਥੋਂ ਤੱਕ ਕਿ ਭਾਵੇਂ ਉਹ ਹਨੇਰੀ ਕਾਲ ਕੋਠੜੀ ਵਿੱਚ ਹੋਣ, ਪਰਮੇਸ਼ਰ ਉਹਨਾਂ ਨੂੰ ਖਿੱਚ ਰਿਹਾ ਹੈ ਤਾਂ ਕਿ ਉਹ ਪ੍ਰਗਟ ਕਰਨ ਕਿ ਉਹ ਕੀ ਹਨ। ਕੀ ਇਸ ਬਵਾ ਦੁਆਰਾ ਇਹ ਸਭ ਹੋ ਜਾਵੇਗਾ? ਮੈਂ ਆਖ ਨਹੀਂ ਸਕਦਾ। ਇਹ ਬਹੁਤ ਹੀ ਨੇੜੇ ਲੱਗਦਾ ਹੈ, ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਰ ਬਹੁਤ ਲੰਬੇ ਸਮੇਂ ਤੋਂ ਚਾਹੁੰਦਾ ਹੈ ਕਿ ਉਹ ਪਵਿੱਤਰ ਆਤਮਾ ਦਾ ਵਹਾਇਆ ਜਾਣਾ ਭੇਜੇ। ਅਸੀਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਉਹ ਸਾਨੂੰ ਜਗਾਉਣ ਲਈ ਕੋਈ ਹੋਰ ਬਿਪਤਾ ਨਾ ਭੇਜੇ। ਅਸੀਂ ਵੀ ਵਿੱਚੇ ਹੀ ਸ਼ਾਮਲ ਹਾਂ। ਮਸੀਹੀ ਹੋਣ ਦੇ ਨਾਤੇ ਆਪਣੇ ਆਪ ਨੂੰ ਛੋਟ ਦਿੱਤੇ ਹੋਏ ਨਾ ਸਮਝੋ। ਅਸੀਂ ਅਜੇ ਰੈਪਚਰ ਲਈ ਤਿਆਰ ਨਹੀਂ ਹਾਂ। ਅਸੀਂ ਅਜੇ ਟੋਕਨ ਦੇ ਲਈ ਤਿਆਰ ਨਹੀਂ ਹੋਏ ਹਾਂ, ਪਰ ਅਸੀਂ ਵਿਸ਼ਵਾਸ ਕਰਦੇ ਹਾਂ ਬਹੁਤ ਸਾਰੇ ਨਵਾਂ ਜਨਮ ਪਾਏ ਹੋਏ ਹਨ। ਉਹ ਸੱਚੇ ਵਿਸ਼ਵਾਸੀ ਹਨ। ਮੈਂ ਕਿਸੇ ਨੂੰ ਦੋਸ਼ ਥੱਲੇ ਲੈ ਕੇ ਨਹੀਂ ਆ ਰਿਹਾ, ਪਰ ਮੈਂ ਇੱਕ ਅਜਿਹੀ ਜਗ੍ਹਾ 'ਤੇ ਆਇਆ ਹਾਂ ਜਿੱਥੇ ਮੈਂ ਕੁਝ ਤੱਥਾਂ ਬਾਰੇ ਦੱਸਾਂਗਾ ਤਾਂ ਕਿ ਲੋਕ ਆਪਣੀ ਜਾਂਚ ਕਰ ਸਕਣ। ਇਸ 12 ਅਪ੍ਰੈਲ ਐਤਵਾਰ ਦੀ ਸਵੇਰ, ਜਦ ਕਿ ਅਸੀਂ ਸਿਯੋਨ ਦੇ ਗੀਤ ਦੁਬਾਰਾ ਵਜਾ ਰਹੇ ਹਾਂ, ਜਿਨ੍ਹਾਂ ਨੂੰ ਅਸੀਂ ਨੇਚਾ ਦੇ ਨਾਲ ਪੂਰੇ ਦਿਲੋਂ ਗਾਇਆ ਹੈ, ਅਤੇ ਮੈਂ ਇਸ ਨੂੰ ਬੈਕਗਰਾਊਂਡ 'ਤੇ ਲਗਾ ਰਿਹਾ ਹਾਂ। ਹੋਵੇ ਕਿ ਇਹ ਤੁਹਾਨੂੰ ਯਾਦ ਕਰਵਾਵੇ ਕਿ ਤੁਸੀਂ ਬਹੁਤ ਸਾਲਾਂ ਤੋਂ ਬੈਤਲ ਵਿੱਚ ਬੈਠੇ ਹੋਏ ਹੋ ਅਤੇ ਸੇਵਾਦਾਰਾਂ ਨੂੰ ਸੁਣਿਆ ਹੈ ਅਤੇ ਲਾਈਵ ਪ੍ਰੀਚਿੰਗ ਨੂੰ ਸੁਣਿਆ ਹੈ, ਅਤੇ ਤੁਹਾਨੂੰ ਕੁਝ ਵਧੀਆ ਪਤਾ ਹੋਣਾ ਚਾਹੀਦਾ ਹੈ, ਅਤੇ ਤੁਹਾਨੂੰ ਤੱਥਾਂ ਤੋਂ ਚੰਗੀ ਤਰ੍ਹਾਂ ਜਾਣੂ ਕਰਵਾਇਆ ਗਿਆ ਹੈ ਕਿ ਤੁਸੀਂ ਵਿਸ਼ਵਾਸੀ ਹੋ ਜਾਂ ਢੋਂਗੀ ਵਿਸ਼ਵਾਸੀ ਹੋ ਜਾਂ ਬੇਪਰਤੀਤੇ ਹੋ। 3 ਪ੍ਰਕਾਰ ਦੇ ਵਿਸ਼ਵਾਸੀ ਲੋਕਲ ਅਤੇ ਵਿਦੇਸ਼ਾਂ ਵਿੱਚ ਇਸ ਸੱਚਾਈ ਦੇ ਪਿੱਛੇ ਚੱਲ ਰਹੇ ਹਨ। ਭਾਵੇਂ ਉਹ ਕਿਤੇ ਵੀ ਹੋਣ ਅਤੇ ਜਿੱਥੇ ਵੀ ਟੋਕਨ ਦੇ ਆਉਣ ਦੀ ਆਸ ਕੀਤੀ ਜਾਂਦੀ ਹੈ ਅਤੇ ਪਵਿੱਤਰ ਆਤਮਾ ਦੇ ਵਹਾਏ ਜਾਣ ਦੀ ਆਸ ਕੀਤੀ ਜਾਂਦੀ ਹੈ, ਉਹ ਇਹਨਾਂ ਗਰੁੱਪਾਂ ਵਿੱਚ ਹਨ। ਅਤੇ ਮੈਂ ਕੁਝ ਚੀਜ਼ਾਂ ਦਾ ਸੁਝਾਅ ਦੇਣ ਜਾ ਰਿਹਾ ਹਾਂ ਜਿੱਥੇ ਵੀ ਇਹ ਫਿੱਟ ਹੁੰਦੀਆਂ ਹਨ। ਇਹ ਹੁਣ ਹਰੇਕ ਆਦਮੀ, ਔਰਤ, ਲੜਕਾ ਅਤੇ ਲੜਕੀ, ਉਹਨੂੰ ਆਪਣੀ ਜਾਂਚ ਕਰਨੀ ਚਾਹੀਦੀ ਹੈ। ਇਹ ਬਾਈ ਚਾਂਸ ਨਹੀਂ ਹੈ ਕਿ ਇਹ ਬਿਪਤਾ ਧਰਤੀ 'ਤੇ ਆਈ ਹੈ, ਪਰ ਇਹ ਪਰਮੇਸ਼ਰ ਦਾ ਹੀ ਮਕਸਦ ਹੈ ਕਿ ਸਾਡੇ ਦਰਵਾਜ਼ੇ ਬੰਦ ਹੋਣ ਅਤੇ ਜੋ ਕੁਝ ਵੀ ਇਸ ਵਾਇਰਸ ਦੇ ਕਾਰਨ ਵਾਪਰ ਰਿਹਾ ਹੈ, ਜਿਹਨੂੰ ਉਹ ਵਾਇਰਸ ਕਹਿੰਦੇ ਹਨ, ਪਰ ਇਹ ਇੱਕ ਬਵਾ ਹੈ, ਹਰੇਕ ਜਾਨ ਨੂੰ ਪ੍ਰਗਟ ਕਰੇਗੀ। ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਇੱਕ ਹੋਰ ਬਵਾ ਨੂੰ ਭੇਜੇਗਾ ਅਤੇ ਹੋਰ ਪਰਤਾਵੇ ਭੇਜੇਗਾ। ਅਤੇ ਸਭ ਤੋਂ ਮਹਾਨ ਪਰਤਾਵਾ ਪ੍ਰਕਾਸ਼ ਦੀ ਪੋਥੀ 13ਵੇਂ ਅਧਿਆਏ ਦੇ ਵਿੱਚ ਹੈ, ਜੋ ਕਿ ਦਰਿੰਦੇ ਦੀ ਮੋਹਰ ਹੈ, ਅਤੇ ਚੁਣਿਆ ਹੋਇਆਂ ਨੂੰ ਰੋਕਣ ਲਈ ਚਰਚਾਂ ਦਾ ਪੂਰੀ ਤਰ੍ਹਾਂ ਨਾਲ ਬੰਦ ਕੀਤਾ ਜਾਣਾ ਹੈ। ਅਤੇ ਤਦ ਟੋਕਨ ਆਵੇਗਾ ਅਤੇ ਮਾਈਕਲ ਆਪਣੇ ਲੋਕਾਂ ਦੇ ਲਈ, ਜੋ ਕਿ ਦੁਲਹਨ ਹੈ, ਖੜਾ ਹੋਵੇਗਾ ਅਤੇ ਰੈਪਚਰ ਹੋ ਜਾਵੇਗਾ। ਇਸ ਦੂਸਰੇ ਹਿੱਸੇ 'ਤੇ ਆ ਕੇ ਮੇਰਾ ਪ੍ਰਸ਼ਨ ਹਾਲੇ ਵੀ ਉਹ ਹੀ ਹੈ, ਉਹ ਹੀ ਵਿਸ਼ਾ ਜਿਸ ਬਾਰੇ ਮੈਂ ਪੁੱਛਿਆ ਕਿ ਵਿਅਕਤੀਗਤ ਰੂਪ ਵਿੱਚ ਤੁਸੀਂ ਕਿਸ ਪ੍ਰਕਾਰ ਦੇ ਵਿਸ਼ਵਾਸੀ ਹੋ। ਪਰਿਵਾਰ ਹੋਣ ਦੇ ਰੂਪ ਵਿੱਚ ਤੁਸੀਂ ਕਿਸ ਪ੍ਰਕਾਰ ਦੇ ਵਿਸ਼ਵਾਸੀ ਹੋ। ਤੁਸੀਂ ਆਪਣੇ ਚਰਚ ਵਿੱਚ ਕਿਸ ਪ੍ਰਕਾਰ ਦੇ ਵਿਸ਼ਵਾਸੀ ਹੋ। ਜਦ ਕਿ
ਪਾਸਟਰ ਤੁਹਾਡੀ ਖਾਤਰ ਪ੍ਰਾਰਥਨਾ ਕਰ ਰਹੇ ਹਨ ਅਤੇ ਪਰਮੇਸ਼ਵਰ ਦੀਆਂ ਮਿੰਨਤਾਂ ਕਰ ਰਹੇ ਹਨ, ਉਸ ਚਰਚ ਵਿੱਚ ਤੁਸੀਂ ਕਿਸ ਪ੍ਰਕਾਰ ਦੇ ਵਿਸ਼ਵਾਸੀ ਹੋ? ਢੋਂਗੀ ਵਿਸ਼ਵਾਸੀਆਂ ਬਾਰੇ ਸੋਚਣਾ ਮੇਰੇ ਦਿਲ ਨੂੰ ਲਹੂ ਲਹਾਨ ਕਰ ਦਿੰਦਾ ਹੈ ਅਤੇ ਮੈਂ ਅਜੇ ਵੀ ਉਹਨਾਂ ਦੀ ਸੇਵਾ ਕਰਾਂਗਾ ਅਤੇ ਉਹਨਾਂ ਨੂੰ ਤਿਆਰ ਕਰਾਂਗਾ ਕਿ ਪਰਮੇਸ਼ਵਰ ਉਹਨਾਂ ਦੇ ਦਿਲਾਂ ਵਿੱਚੋਂ ਬੁਰਾਈ ਅਤੇ ਦੁਸ਼ਟਤਾਈ ਨੂੰ ਆਪਣੀ ਆਖਰੀ ਕੋਸ਼ਿਸ਼ ਕਰਨ ਦੁਆਰਾ ਬਾਹਰ ਕੱਢੇ, ਜੋ ਕਿ ਕਲੇਸ਼ ਕਾਲ ਵਿੱਚ ਭੇਜਣਾ ਹੈ, ਤਾਂ ਕਿ ਉਹਨਾਂ ਦੇ ਦਿਲਾਂ ਵਿੱਚੋਂ ਜਨਾਹਕਾਰੀ, ਹਰਾਮਕਾਰੀ, ਸਮਲਿੰਗੀ, ਲੈਸਬੀਅਨ, ਚੋਰੀ ਨੂੰ ਬਾਹਰ ਕੱਢੇ। ਅਤੇ 10 ਹੁਕਮ ਵੀ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ ਅਤੇ ਹਰੇਕ ਆਪਣੇ ਆਪ ਦੀ ਜਾਂਚ ਕਰੇ ਅਤੇ ਵੇਖੇ ਕਿ ਉਹ 10 ਹੁਕਮਾਂ ਦੀ ਪਾਲਣਾ ਕਰਦੇ ਹਨ ਕਿ ਨਹੀਂ। ਜਾਂਚੋ ਅਤੇ ਵੇਖੋ ਕਿ ਤੁਸੀਂ ਗੁਪਤ ਰੂਪ ਵਿੱਚ ਸਮਲਿੰਗੀ ਹੋ ਜਾਂ ਪਬਲਿਕ ਸਮਲਿੰਗੀ ਹੋ ਜਾਂ ਲੈਸਬੀਅਨ ਹੋ। ਪਹਿਲਾ ਕੁਰਿੰਥੀਆਂ 6 ਅਧਿਆਏ ਉਸਦੀ 9 ਆਇਤ ਤੋਂ ਸ਼ੁਰੂ ਕਰੋ। ਇਹ ਲੋਕ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਪਹਿਲਾ ਕੁਰਿੰਥੀਆਂ 6 ਦੀ 9 ਆਖਦਾ ਹੈ, ਅਥਵਾ ਤੁਸੀਂ ਨਹੀਂ ਜਾਣਦੇ ਜੋ ਕੁਧਰਮੀ ਲੋਕ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਧੋਖਾ ਨਾ ਖਾਓ, ਨਾ ਹਰਾਮਕਾਰ, ਨਾ ਮੂਰਤੀ ਪੂਜਕ, ਨਾ ਜਨਾਹਕਾਰ, ਨਾ ਜਨਾਨੜੇ, ਨਾ ਮੁੰਡੇਬਾਜ਼, ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਲੁਟੇਰੇ, ਇਹ ਪਰਮੇਸ਼ਵਰ ਦੇ ਅਧਿਕਾਰੀ ਰਾਜ ਦੇ ਅਧਿਕਾਰੀ ਹੋਣਗੇ। ਕੀ ਤੁਸੀਂ ਇਸ ਬਹੁਤ ਹੀ ਅਹਿਮ ਸਮੇਂ ਵਿੱਚ ਆਪਣੀ ਬਾਈਬਲ ਪੜ੍ਹ ਰਹੇ ਹੋ? ਕੀ ਤੁਸੀਂ ਸਮੇਂ ਦਾ ਹੋਰ ਜ਼ਿਆਦਾ ਲਾਭ ਉਠਾ ਰਹੇ ਹੋ? ਮੈਂ ਇੱਥੇ ਇਸ ਲਈ ਨਹੀਂ ਹਾਂ ਕਿ ਤੁਹਾਨੂੰ ਲਿਖਤਾਂ ਦੇ ਹਵਾਲੇ ਦੇਵਾਂ, ਪਰ ਇਸ ਲਈ ਹਾਂ ਕਿ ਤੁਸੀਂ ਆਪਣੀ ਜਾਂਚ ਕਰੋ ਅਤੇ ਵੇਖੋ ਕਿ ਕੀ ਤੁਸੀਂ ਪਹਿਲੇ ਕੁਰਿੰਥੀਆਂ ਉਹਦੇ 6ਵੇਂ ਅਧਿਆਇ ਦੀ 9 ਆਇਤ ਵਿੱਚ ਫਿੱਟ ਹੁੰਦੇ ਹੋ, ਜਿੱਥੇ ਲਿਖਿਆ ਹੈ ਕਿ ਉਹ ਲੋਕ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ, ਜੋ ਕਿ ਟੋਕਨ ਹੈ ਪਵਿੱਤਰ ਆਤਮਾ ਦਾ ਬਪਤਿਸਮਾ ਅਤੇ ਪਰਮੇਸ਼ਵਰ ਦੀ ਮੋਹਰ ਹੈ। ਕੀ ਤੁਸੀਂ ਉਹ ਵਿਸ਼ਵਾਸੀ ਹੋ ਜੋ ਪਰਮੇਸ਼ਵਰ ਦੀ ਸੇਵਾ ਮਹਾਨ ਤਰੀਕੇ ਨਾਲ ਕਰਨਾ ਚਾਹੁੰਦਾ ਹੈ, ਜਿੱਦਾਂ ਉਹ ਕਰ ਸਕਦਾ ਹੈ, ਜਦ ਕਿ ਪਰਮੇਸ਼ਵਰ ਸਾਨੂੰ ਜਗਾ ਰਿਹਾ ਹੈ, ਜਦ ਕਿ ਪਰਮੇਸ਼ਵਰ ਸਾਨੂੰ ਜਿੱਤ ਵੱਲ ਧੱਕ ਰਿਹਾ ਹੈ? ਵਿਸ਼ਵਾਸੀ ਹੋਣ ਦੇ ਨਾਤੇ ਕੀ ਤੁਸੀਂ ਇਸ ਸਮੇਂ ਨੂੰ ਇਸਤੇਮਾਲ ਕਰ ਰਹੇ ਹੋ? ਚਰਚ ਬੰਦ ਹੋ ਚੁੱਕਾ ਹੈ। ਇਹ ਹਰੇਕ ਵਿਅਕਤੀ ਨੂੰ ਇਹਨਾਂ 3 ਪ੍ਰਕਾਰ ਦੇ ਵਿਸ਼ਵਾਸੀਆਂ ਵਿੱਚੋਂ ਵਿਖਾਵੇਗਾ, ਜੋ ਕਿ ਬੈਤਲ, GCC, ਭਾਰਤ, ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਵਿੱਚ ਹਨ। ਕੀ ਤੁਸੀਂ ਇਸ ਬਾਰੇ ਸੋਚ ਰਹੇ ਹੋ ਕਿ ਚਰਚ ਫਿਰ ਤੋਂ ਕੁਝ ਹਫ਼ਤਿਆਂ ਵਿੱਚ ਖੁੱਲ੍ਹ ਜਾਣਗੇ? ਮੈਂ ਨਹੀਂ ਜਾਣਦਾ। ਤੁਸੀਂ ਫਿਰ ਤੋਂ ਚਰਚ ਵਿੱਚ ਉੱਦਾਂ ਦੇ ਰਵੱਈਏ ਨਾਲ ਬੈਠੋ ਅਤੇ ਉਸੇ ਹੀ ਤਰੀਕੇ ਨਾਲ ਪਰਮੇਸ਼ਵਰ ਦੀ ਸੇਵਾ ਕਰੋ ਜਿੱਦਾਂ ਤੁਸੀਂ ਕਰਦੇ ਰਹੇ ਸੀ? ਜਾਂ ਕੀ ਤੁਸੀਂ ਵਚਨ ਦੀਆਂ ਵੱਡੀਆਂ ਉਦਾਹਰਨਾਂ ਅਤੇ ਜੋ ਕੁਝ ਤੁਸੀਂ ਅੱਜ ਸੁਣ ਰਹੇ ਹੋ ਅਤੇ ਜੋ ਕੁਝ ਟੈਲੀਗ੍ਰਾਮ 'ਤੇ ਪਾਇਆ ਗਿਆ, ਉਹਨਾਂ ਚੀਜ਼ਾਂ ਦੁਆਰਾ ਖਿੱਚੇ ਜਾ ਰਹੇ ਹੋ? ਕੀ ਤੁਸੀਂ ਉਸੇ ਤਰੀਕੇ ਨਾਲ ਜਾਰੀ ਰੱਖਣਾ ਚਾਹੁੰਦੇ ਹੋ? ਅਤੇ ਇੱਕ ਵਿਸ਼ਵਾਸੀ ਹੋਣ ਦੇ ਨਾਤੇ ਮੈਨੂੰ ਤੁਹਾਡੇ ਵਿੱਚ ਭਰੋਸਾ ਹੈ ਕਿ ਤੁਸੀਂ ਸਹੀ ਫਲ ਪੈਦਾ ਕੀਤੇ ਹਨ ਅਤੇ ਹੁਣ ਵੀ ਜ਼ੋਰ ਮਾਰ ਰਹੇ ਹੋ। ਪਰ ਇਹ ਬਵਾ ਜਿਹੜੀ ਲੰਘ ਰਹੀ ਹੈ ਅਤੇ ਚਰਚ ਬੰਦ ਹੋ ਚੁੱਕੇ ਹਨ, ਇਹ ਵਿਖਾਵੇਗੀ ਕਿ ਤੁਸੀਂ ਵਿਸ਼ਵਾਸੀ ਹੋ। ਅਤੇ ਢੋਂਗੀ ਵਿਸ਼ਵਾਸੀ, ਕੀ ਤੁਸੀਂ ਅਜੇ ਵੀ ਉਸੇ ਤਰੀਕੇ ਨਾਲ ਚੱਲ ਰਹੇ ਹੋ ਜਿਸ ਤਰ੍ਹਾਂ ਪਹਿਲਾਂ ਚੱਲਦੇ ਸੀ? ਗੰਦੇ ਜੀਵਨ ਜੀਣ ਦੇ ਦੋਸ਼ੀ, ਨਫ਼ਰਤ ਕਰਨ ਦੇ ਦੋਸ਼ੀ, ਆਪਣੇ ਪਤੀ 'ਤੇ ਰਾਜ ਕਰਨ ਦੇ ਦੋਸ਼ੀ, ਸਰੀਰਕ ਕਾਮਨਾ ਦੁਆਰਾ ਉਸ 'ਤੇ ਕੰਟਰੋਲ ਕਰਨਾ, ਕਿਸੇ ਹੋਰ ਦੇ ਬੈਡਰੂਮ ਵਿੱਚ ਜਾਣਾ, ਕਿਸੇ ਹੋਰ ਆਦਮੀ ਦੇ ਨਾਲ ਕੱਪੜੇ ਉਤਾਰਨਾ, ਲੋਕਾਂ ਨਾਲ ਲਿਖਤਾਂ ਤੋਂ ਬਾਹਰ ਸੰਗਤੀ ਕਰਨਾ ਜਿਨ੍ਹਾਂ ਨਾਲ ਤੁਹਾਨੂੰ ਸੰਗਤੀ ਕਰਨੀ ਨਹੀਂ ਚਾਹੀਦੀ ਸੀ, ਅਲੱਗ ਹੋਣ ਦੇ ਕਈ ਸੰਦੇਸ਼ ਜਿਹੜੇ ਤੁਹਾਨੂੰ ਪ੍ਰਚਾਰ ਕੀਤੇ ਗਏ ਹਨ ਕਿ ਕਿਸ ਕਿਸਮ ਦੇ ਲੋਕਾਂ ਨਾਲ ਸਾਨੂੰ ਸੰਗਤੀ ਕਰਨੀ ਨਹੀਂ ਚਾਹੀਦੀ। ਕੀ ਤੁਸੀਂ ਉਹਨਾਂ ਨੂੰ ਭੁੱਲ ਗਏ? ਕੀ ਤੁਸੀਂ ਇਸ ਬਾਰੇ ਕੋਈ ਪਰਵਾਹ ਨਹੀਂ ਕਰਦੇ? ਇਹ ਇੱਕ ਬੁਰਾ ਸੰਕੇਤ ਹੈ। ਮੈਂ ਤੁਹਾਨੂੰ ਦੋਸ਼ੀ ਨਹੀਂ ਠਹਿਰਾਉਂਦਾ, ਪਰ ਇਹ ਇੱਕ ਬੁਰਾ ਸੰਕੇਤ ਹੈ। ਜਿਵੇਂ ਕਿ ਸਾਡੇ ਭਾਈ ਸੁਖਦੇਵ ਨੇ ਅੱਜ ਸਵੇਰ ਸਾਰੇ ਸੰਸਾਰ ਲਈ, ਜੋ ਆਪਣੇ ਆਪ ਨੂੰ ਮਸੀਹੀ ਆਖਦੇ ਹਨ, ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਹੈ। ਹੋਵੇ ਕਿ ਪ੍ਰਭੂ ਉਸ ਦੀਆਂ ਪ੍ਰਾਰਥਨਾਵਾਂ ਦਾ ਉੱਤਰ ਦੇਵੇ। ਕੀ ਢੋਂਗੀ ਵਿਸ਼ਵਾਸੀ ਹੋਣ ਦੇ ਬਾਵਜੂਦ ਤੁਹਾਡੇ ਕੋਲ ਸੱਚਾ ਵਿਸ਼ਵਾਸੀ ਬਣਨ ਦਾ ਮਨ ਹੈ,
ਜਾਂ ਤੁਸੀਂ ਹਾਲੇ ਵੀ ਬੇਪਰਤੀਤੇ ਬਣੇ ਰਹਿਣਾ ਚਾਹੁੰਦੇ ਹੋ। ਤੁਹਾਡੀ ਬੇਪਰਤੀਤੀ ਇੱਕ ਬੁਰਾ ਨਿਸ਼ਾਨ ਹੈ। ਤੁਸੀਂ ਆਪਣੀ ਸਰੀਰਕ ਕਾਮਨਾ ਦੁਆਰਾ ਆਪਣੇ ਪਤੀ 'ਤੇ ਰਾਜ ਕਰਨ ਦੁਆਰਾ ਬੇਪਰਤੀਤੇ ਬਣ ਗਏ ਅਤੇ ਜਦੋਂ ਤੁਹਾਡੇ ਬੱਚੇ ਸੇਵਾਦਾਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਤੁਸੀਂ ਉਹਨਾਂ ਨੂੰ ਬੇਰਹਿਮੀ ਨਾਲ ਕੁੱਟਦੇ ਹੋ ਜਦ ਤੱਕ ਕਿ ਉਹਨਾਂ ਦੇ ਮੂੰਹ ਵਿੱਚੋਂ ਖੂਨ ਨਹੀਂ ਵਗ ਜਾਂਦਾ। ਕੀ ਤੁਸੀਂ ਇਸ ਲਈ ਉਹਨਾਂ ਦੇ ਸਿਰ ਵਿੱਚ ਮਾਰਦੇ ਹੋ ਕਿਉਂਕਿ ਉਹ ਸੇਵਾਦਾਰਾਂ ਨੂੰ ਦੱਸਦੇ ਹਨ? ਕੀ ਤੁਸੀਂ ਵਿਸ਼ਵਾਸੀ ਹੋ? ਜਾਂ ਫਿਰ ਤੁਸੀਂ ਆਪਣੇ ਗੁੱਸੇ ਦੇ ਕਰਕੇ ਗਵਾਚ ਜਾਓਗੇ ਅਤੇ ਦੋਸ਼ੀ ਠਹਿਰਾਏ ਜਾਓਗੇ? ਇੱਥੋਂ ਤੱਕ ਕਿ ਆਪਣੇ ਮਾਪਿਆਂ ਦੀ ਤਰ੍ਹਾਂ ਜਿਸ ਚੀਜ਼ ਨੇ ਇਹ ਵਿਖਾਇਆ ਹੈ ਕਿ ਤੁਹਾਡੇ ਕੋਲ ਬੇਪਰਤੀਤੀ ਹੈ, ਜਦ ਕਿ ਸਾਰੇ ਦਿਨ ਤੁਸੀਂ ਮਸੀਹੀ ਹੋਣ ਦਾ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਦਾ ਦਾਅਵਾ ਕਰਦੇ ਰਹੇ। ਤੁਹਾਡਾ ਕੀ ਹਿੱਸਾ ਹੈ? ਤੁਸੀਂ ਕੌਣ ਹੋ? ਇੱਕ ਵਿਸ਼ਵਾਸੀ ਜਾਂ ਇੱਕ ਢੋਂਗੀ ਵਿਸ਼ਵਾਸੀ ਜਾਂ ਬੇਪਰਤੀਤੇ? ਫੈਸਲਾ ਕਰੋ ਅਤੇ ਇਹ ਪ੍ਰਸ਼ਨ ਦਾ ਉੱਤਰ ਆਪਣੇ ਲਈ ਦਿਓ, ਨਾ ਕਿ ਮੇਰੇ ਲਈ। ਤੁਹਾਨੂੰ ਆਪਣੀ ਜਾਂਚ ਆਪ ਕਰਨੀ ਚਾਹੀਦੀ ਹੈ ਅਤੇ ਵੇਖਣਾ ਚਾਹੀਦਾ ਹੈ ਕਿ ਤੁਸੀਂ ਨੇਚਾ ਵਿੱਚ ਹੋ। ਕੀ ਤੁਸੀਂ ਅਜੇ ਵੀ ਇੱਕ ਚੋਰ ਹੋ? ਕੀ ਤੁਸੀਂ ਅਜੇ ਵੀ ਆਪਣੀ ਪਤਨੀ ਨੂੰ ਸਤਾ ਰਹੇ ਹੋ, ਉਸ ਦੀ ਨਿੰਦਿਆ ਕਰ ਰਹੇ ਹੋ, ਉਸ ਨੂੰ ਚਰਚ ਤੋਂ ਰੋਕ ਰਹੇ ਹੋ? ਤੁਹਾਡਾ ਆਪਣੇ ਪਤੀ ਨੂੰ ਸਤਾਉਣਾ ਅਤੇ ਉਸ ਨੂੰ ਘਰ ਛੱਡਣ ਲਈ ਮਜਬੂਰ ਕਰਨਾ ਕਿ ਉਹ ਕਿਸੇ ਹੋਰ ਜਗ੍ਹਾ 'ਤੇ ਰਹੇ ਅਤੇ ਉਹਨੂੰ ਕਿਸੇ ਹੋਰ ਔਰਤ ਦੇ ਨਾਲ ਜਾਣ ਦੇ ਖਤਰੇ ਵਿੱਚ ਪਾ ਦੇਣਾ ਕਿਉਂਕਿ ਤੁਸੀਂ ਪਹਿਲਾ ਕੁਰਿੰਥੀਆਂ 7 ਅਧਿਆਇ ਪੂਰਾ ਨਹੀਂ ਕੀਤਾ। ਮੈਂ ਤੁਹਾਡੇ ਕੋਲੋਂ ਭੀਖ ਨਹੀਂ ਮੰਗ ਰਿਹਾ, ਜਾਰੀ ਰੱਖੋ ਅਤੇ ਆਪਣੇ ਆਪ ਨੂੰ ਪ੍ਰਗਟ ਕਰੋ। ਮੈਂ ਕਈ ਸਾਲਾਂ ਤੋਂ ਹਰੇਕ ਦੀਆਂ ਪੂਰੇ ਸੰਸਾਰ ਭਰ ਵਿੱਚ ਮਿੰਨਤਾਂ ਕਰਦਾ ਆ ਰਿਹਾ ਹਾਂ। ਜੋ ਤੁਸੀਂ ਚੁਣਿਆ ਹੈ ਉਹ ਤੁਹਾਡੇ ਕੋਲ ਆਪਣਾ ਹੀ ਢੰਗ ਤਰੀਕਾ ਹੈ। ਕੀ ਤੁਸੀਂ ਇੱਕ ਵਿਸ਼ਵਾਸੀ ਹੋ? ਇਸ ਯੁੱਗ ਵਿੱਚ ਸਾਨੂੰ ਆਪਣੇ ਆਪ ਨੂੰ ਪ੍ਰਗਟ ਕਰਨਾ ਚਾਹੀਦਾ ਹੈ। ਪਰਮੇਸ਼ੁਰ ਨੇ ਇਹ ਬਵਾ ਭੇਜੀ ਹੈ ਅਤੇ ਚਰਚ ਬੰਦ ਕਰ ਦਿੱਤੇ ਹਨ। ਪਰਮੇਸ਼ੁਰ ਨੇ ਹੋਣ ਦਿੱਤਾ ਕਿ ਚਰਚ ਬੰਦ ਹੋਣ ਤਾਂ ਕਿ ਦੇਖੇ ਕਿ ਤੁਸੀਂ ਕੀ ਪ੍ਰਗਟ ਕਰੋਗੇ। ਜੇ ਤੁਸੀਂ ਆਪਣੀ ਨਫ਼ਰਤ ਜਾਰੀ ਰੱਖੋਗੇ ਜਾਂ ਆਪਣੀਆਂ ਗੱਪਾਂ ਜਾਰੀ ਰੱਖੋਗੇ, ਜੇ ਤੁਸੀਂ ਬਿਨਾਂ ਕਿਸੇ ਕੰਮ ਦੇ ਆਪਣੀ ਕਾਰ ਨੂੰ ਇੱਧਰ ਉੱਧਰ ਘੁਮਾਉਂਦੇ ਰਹੋਗੇ, ਆਪਣੇ ਬੱਚਿਆਂ ਨੂੰ ਉਸ ਖਤਰਨਾਕ ਜਗ੍ਹਾ 'ਤੇ ਲਿਜਾਣਾ ਚਾਹੁੰਦੇ ਹੋ ਜਿੱਥੇ ਉਹ ਕੁਦਰਤੀ ਅਤੇ ਆਤਮਿਕ ਰੂਪ ਵਿੱਚ ਪ੍ਰਭਾਵਿਤ ਹੋ ਸਕਦੇ ਹਨ, ਚੋਣ ਤੁਹਾਡੀ ਹੈ। ਕੋਈ ਵੀ ਜਣਾ ਤੁਹਾਡੇ ਕੋਲੋਂ ਭੀਖ ਨਹੀਂ ਮੰਗ ਰਿਹਾ। ਪਰਮੇਸ਼ੁਰ ਨੇ ਦਖਲ ਅੰਦਾਜ਼ੀ ਕੀਤੀ ਹੈ, GOD ਨੇ ਦਖਲ ਦਿੱਤਾ ਹੈ ਅਤੇ ਪ੍ਰਚਾਰਕ ਅਜੇ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਪਰਮੇਸ਼ੁਰ ਇੱਥੇ ਪ੍ਰਚਾਰ ਕਰ ਰਿਹਾ ਹੈ। ਪਰਮੇਸ਼ੁਰ ਟੈਸਟ ਕਰ ਰਿਹਾ ਹੈ। ਪਰਮੇਸ਼ੁਰ ਚਰਚ ਬੰਦ ਕਰਨ ਦੁਆਰਾ ਇਹ ਕਰ ਰਿਹਾ ਹੈ ਤਾਂ ਕਿ ਵੇਖੇ ਕਿ ਤੁਸੀਂ ਕਿਹੜਾ ਰਾਹ ਅਪਣਾਓਗੇ। ਕੀ ਤੁਸੀਂ ਆਪਣੀਆਂ ਨਿੱਜੀ ਮੀਟਿੰਗਾਂ ਕਰਨ ਜਾ ਰਹੇ ਹੋ? ਜੇ ਤੁਸੀਂ ਕਰੋਗੇ ਤਾਂ ਇੱਕ ਦਿਨ ਚੁਣ ਲਓ। ਬੈਤਲ ਦੁਆਰਾ ਨਿੱਜੀ ਮੀਟਿੰਗਾਂ ਲਈ ਚੁਣਿਆ ਗਿਆ ਦਿਨ ਤਾਂ ਸ਼ੁੱਕਰਵਾਰ ਹੈ। ਕੋਈ ਤੁਹਾਡੀ ਮਦਦ ਨਹੀਂ ਕਰੇਗਾ। ਆਪਣੀਆਂ ਟੇਪਾਂ ਨੂੰ ਵਰਤੋ, ਆਪਣੀ ਪ੍ਰਾਰਥਨਾ ਕਰੋ, ਜੋ ਵੀ ਤੁਸੀਂ ਵਰਤਣਾ ਚਾਹੁੰਦੇ ਹੋ ਵਰਤੋ। ਜਿਵੇਂ ਵੀ ਤੁਸੀਂ ਕਰਨਾ ਚਾਹੁੰਦੇ ਹੋ ਕਰੋ। ਇਕੱਲੇ ਜਾਂ ਸਮੂਹਿਕ ਪ੍ਰਾਰਥਨਾ ਕਰੋ। ਤੁਸੀਂ ਇੱਕ ਆਦਮੀ ਹੋ। ਜੇ ਤੁਹਾਡੇ ਕੋਲ ਆਦਮੀ ਨਹੀਂ ਹੈ, ਤੁਸੀਂ ਉਹ ਔਰਤ ਹੋ ਜੋ ਆਪਣਾ ਘਰ ਚਲਾ ਰਹੇ ਹੋ। ਮੈਂ ਬੈਤਲ ਟ੍ਰਿਨਿਡਾਡ ਦੇ ਲਈ ਸ਼ੁੱਕਰਵਾਰ 7 ਵਜੇ ਤੋਂ 9 ਵਜੇ ਤੱਕ ਦੀ ਅਨਾਉਂਸਮੈਂਟ ਕਰਦਾ ਹਾਂ। ਪ੍ਰਾਰਥਨਾ ਕਰੋ, ਵਰਤ ਰੱਖੋ, ਪ੍ਰਭੂ ਦੇ ਚਿਹਰੇ ਨੂੰ ਪਾਲੋ ਜਿਵੇਂ ਤੁਸੀਂ ਕਦੇ ਪਹਿਲਾਂ ਨਹੀਂ ਕੀਤਾ। ਮੈਂ ਤੁਹਾਨੂੰ ਇਕੱਲੇ ਛੱਡ ਕੇ ਉਸ ਦੇ ਹਵਾਲੇ ਕਰਦਾ ਹਾਂ ਜੋ ਘਰ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਮੈਂ ਤੁਹਾਨੂੰ ਇਕੱਲਾ ਛੱਡਦਾ ਹਾਂ। ਜੇਕਰ ਤੁਹਾਡੀ ਕਿਸੇ ਨਿੱਜੀ ਪ੍ਰਾਰਥਨਾ ਕਰਨ ਦੀ ਇੱਛਾ ਹੈ, ਜਿਵੇਂ ਅਸੀਂ 1990 ਵਿੱਚ ਕਰਦੇ ਸੀ, ਤਾਂ ਆਪਣੇ ਰਾਹ ਨੂੰ ਚੁਣੋ। ਅਸੀਂ ਬੁੱਧਵਾਰ ਅਤੇ ਐਤਵਾਰ ਤੁਹਾਡੀ ਮਦਦ ਕਰਾਂਗੇ। ਮੈਂ ਵਿਦੇਸ਼ਾਂ ਲਈ ਬੋਲਦਾ ਹਾਂ। ਮੇਰੇ ਪਿਆਰਿਓ, ਤੁਸੀਂ ਸੁਣ ਸਕਦੇ ਹੋ ਅਤੇ ਤੁਹਾਡੇ ਕੋਲ ਉਹ ਸਭ ਹੋ ਸਕਦਾ ਹੈ ਜੋ ਅਸੀਂ ਟੇਪਾਂ ਦੁਆਰਾ ਸਾਂਝਾ ਕਰ ਰਹੇ ਹਾਂ। ਅਤੇ ਜੇ ਤੁਸੀਂ ਚਾਹੁੰਦੇ ਹੋ ਤਾਂ ਆਪਣੀ ਪ੍ਰਾਈਵੇਟ ਪ੍ਰਾਰਥਨਾ ਮੀਟਿੰਗ ਕਿਸੇ ਵੀ ਹੋਰ ਦਿਨ ਕਰ ਸਕਦੇ ਹੋ। ਇਹ ਸਿਰਫ ਥੋੜ੍ਹੀ ਜਿਹੀ ਜਾਂਚ ਪੜਤਾਲ ਹੈ। ਕੀ ਤੁਸੀਂ ਕਿਸੇ ਹੋਰ ਔਰਤ ਨਾਲ ਰਹਿ ਰਹੇ ਹੋ? ਕੀ ਤੁਸੀਂ ਕਿਸੇ ਹੋਰ ਆਦਮੀ ਨਾਲ ਰਹਿ ਰਹੇ ਹੋ? ਕੀ ਤੁਸੀਂ ਕਿਸੇ ਹੋਰ ਦੀ ਪਤਨੀ ਦੀ ਲਾਲਸਾ ਕਰ ਰਹੇ ਹੋ? ਤੁਸੀਂ ਉਸ ਵਿੱਚ ਫਿੱਟ ਬੈਠੋਗੇ
ਜਿੱਥੇ ਪਹਿਲਾ ਕੁਰਿੰਥੀਆਂ 6 ਅਧਿਆਏ ਦੀ 9 ਆਇਤ ਲੋਕਾਂ ਦੀ ਜਾਂਚ ਕਰ ਰਿਹਾ ਹੈ। ਰੋਮੀਆਂ ਉਹਦਾ ਪਹਿਲਾ ਅਧਿਆਏ ਉਹਦੀਆਂ 18 ਤੋਂ 32 ਆਇਤਾਂ ਦੁਆਰਾ ਤੁਸੀਂ ਜਾਂਚੇ ਜਾਓਗੇ। ਤੁਸੀਂ ਪਰਮੇਸ਼ਵਰ ਦੇ ਵਚਨ ਪਹਿਲਾ ਕੁਰਿੰਥੀਆਂ ਦੂਜਾ ਕੁਰਿੰਥੀਆਂ ਦੁਆਰਾ ਜਾਂਚੇ ਜਾਓਗੇ। ਭਾਵੇਂ ਕਿ ਤੁਸੀਂ ਘਰ ਵਿੱਚ ਆਪਣੀਆਂ ਬਾਈਬਲਾਂ ਪੜ੍ਹ ਰਹੇ ਹੋ ਅਤੇ ਇਸ ਵੱਡੇ ਪ੍ਰਸ਼ਨ 'ਤੇ ਪ੍ਰਚਾਰ ਕੀਤੇ ਗਏ ਸੰਦੇਸ਼ਾਂ ਦੁਆਰਾ ਆਪਣੀ ਜਾਂਚ ਕਰਦੇ ਹੋ, ਕੀ ਤੁਸੀਂ ਇਹਨਾਂ ਸ਼ਬਦਾਂ ਨੂੰ ਪੂਰਾ ਕਰ ਰਹੇ ਹੋ? ਉਹਨਾਂ ਨੂੰ ਯਾਦ ਰੱਖੋ। ਇਸ ਜਾਂਚ ਪੜਤਾਲ ਦੇ ਪ੍ਰਚਾਰ ਤੋਂ ਮੈਂ ਥੱਕ ਗਿਆ ਹਾਂ, ਪਰ ਤੁਸੀਂ ਸਾਲਾਂ ਤੋਂ, ਦਹਾਕਿਆਂ ਤੋਂ ਅਤੇ ਕਈ ਮੇਰੇ ਜੀਵਨ ਭਰ ਦੇ ਪ੍ਰਚਾਰ ਦੁਆਰਾ ਚੰਗੀ ਤਰ੍ਹਾਂ ਸਿਖਾਏ ਹੋਏ ਲੋਕ ਹੋ। ਕੀ ਤੁਸੀਂ ਹੁਣ ਬਦਲੋਗੇ ਜਦ ਕਿ ਪਰਮੇਸ਼ਵਰ ਨੇ ਹੀ ਪ੍ਰਚਾਰ ਕਰਨਾ ਆਰੰਭ ਕਰ ਦਿੱਤਾ ਹੈ? ਪਰਮੇਸ਼ਵਰ ਹੋਣ ਦੇ ਵਜੋਂ ਉਹਨੇ ਦਖਲ ਦਿੱਤਾ ਹੈ। ਜਿੱਦਾਂ ਕਿ ਉਹਨੇ ਤੁਹਾਨੂੰ ਬਿਨਾਂ ਦੱਸੇ ਤੁਹਾਨੂੰ ਠੀਕ ਕਰਨ ਦੇ ਲਈ ਆਫਿਸ ਲਿਆ ਹੈ, ਜਾਂ ਤੁਹਾਨੂੰ ਇੱਕ ਵਾਰਨਿੰਗ ਦੇ ਰਿਹਾ ਹੈ ਕਿ ਇਹ ਉਹੀ ਹੈ ਜਿਹੜਾ ਇਸ ਬਾਬਾ ਨੂੰ ਭੇਜ ਰਿਹਾ ਹੈ। ਅਸੀਂ ਤਾਂ ਨਾ ਸਮਝ ਲੋਕ ਸੀ ਅਤੇ ਅਸੀਂ ਇਸ ਬਾਰੇ ਕੁਝ ਨਹੀਂ ਜਾਣਦੇ ਸੀ। ਫਿਰ ਵੀ ਪਰਮੇਸ਼ਵਰ ਨੇ ਹੀ ਪ੍ਰਗਟ ਕੀਤਾ ਕਿ ਇਹ ਇੱਕ ਜਗਾਉਣ ਵਾਲਾ ਸੱਦਾ ਹੈ। ਪਰਮੇਸ਼ਵਰ ਬੋਲਿਆ ਹੈ, ਮੈਨੂੰ ਜ਼ਰੂਰ ਹੀ ਉਸ ਦੀ ਆਗਿਆਕਾਰੀ ਕਰਨੀ ਚਾਹੀਦੀ ਹੈ। ਮੈਨੂੰ ਆਪਣੇ ਪਰਮੇਸ਼ਵਰ ਦੀ ਵਰਸ਼ਿਪ ਕਰਨੀ ਚਾਹੀਦੀ ਹੈ। ਇੱਥੇ ਇੱਕ ਹੋਰ ਸੰਦੇਸ਼ ਆ ਰਿਹਾ ਹੈ ਕਿ ਪ੍ਰਾਰਥਨਾ ਕਿਵੇਂ ਕਰਨੀ ਚਾਹੀਦੀ ਹੈ। ਯਿਸੂ ਖੁਦ ਇਸ ਨੂੰ ਸਿਖਾ ਰਿਹਾ ਹੈ। ਅਸੀਂ ਜ਼ਰੂਰ ਇਸ ਦੀ ਆਗਿਆਕਾਰੀ ਕਰੀਏ। ਸਾਨੂੰ ਆਪਣੇ ਦਿਮਾਗ ਨੂੰ ਸਖਤੀ ਨਾਲ ਇਸ ਚੀਜ਼ 'ਤੇ ਕੇਂਦਰਿਤ ਕਰਨਾ ਚਾਹੀਦਾ ਹੈ ਕਿ ਪਰਮੇਸ਼ਰ ਕੌਣ ਹੈ ਅਤੇ ਸਾਨੂੰ ਉਹਦਾ ਸਨਮਾਨ ਕਿਵੇਂ ਕਰਨਾ ਚਾਹੀਦਾ ਹੈ ਅਤੇ ਸਾਨੂੰ ਕਿਵੇਂ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਸਾਨੂੰ ਕੀ ਬੋਲਣਾ ਚਾਹੀਦਾ ਹੈ। ਪਰਮੇਸ਼ਰ ਨੇ ਇਸ ਨੂੰ ਯਾਦ ਕਰਵਾਇਆ ਹੈ। ਮਹਾਨ ਪ੍ਰਸ਼ਨ ਅਜੇ ਵੀ ਉਹੀ ਹੈ ਕਿ ਤੁਸੀਂ ਕੌਣ ਹੋ। ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਤੁਸੀਂ ਪਰਮੇਸ਼ਰ ਦੇ ਪੁੱਤਰ ਹੋ ਤਾਂ ਤੁਸੀਂ ਇਹ ਵਿਸ਼ਵਾਸ ਕਰਦੇ ਜਾਓ, ਪਰ ਤੁਹਾਨੂੰ ਤੌਬਾ ਕਰਨੀ ਜ਼ਰੂਰੀ ਹੈ। ਮਸੀਹੀ ਲੋਕੋ ਜੋ ਸੰਸਾਰ ਭਰ ਵਿੱਚ ਹੋ, ਤੁਹਾਨੂੰ ਪ੍ਰਾਰਥਨਾ ਕਰਨ ਤੋਂ ਪਹਿਲਾਂ ਪਰਮੇਸ਼ਰ ਦੇ ਅੱਗੇ ਆਪਣੇ ਪਾਪਾਂ ਦੇ ਲਈ ਤੌਬਾ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਪਹਿਲਾਂ ਹੀ ਮੱਤੀ 12ਵਾਂ ਅਧਿਆਏ, ਇਬਰਾਨੀਆਂ 6 ਅਧਿਆਏ, ਇਬਰਾਨੀਆਂ 10 ਅਧਿਆਏ ਦੇ ਅਨੁਸਾਰ ਆਪਣੇ ਰਾਹ ਦੇ ਉੱਪਰ ਪਵਿੱਤਰ ਆਤਮਾ ਦੇ ਖਿਲਾਫ ਕੁਫਰ ਨਹੀਂ ਬੋਲ ਚੁੱਕੇ ਹੋ, ਤਾਂ ਕੀ ਤੁਸੀਂ ਉਹਨਾਂ ਲਿਖਤਾਂ ਨੂੰ ਪਹਿਲਾਂ ਹੀ ਪੂਰਾ ਕਰ ਚੁੱਕੇ ਹੋ? ਭਾਵੇਂ ਮੈਂ ਜਾਣਦਾ ਹਾਂ, ਪਰ ਇਸ ਮੈਸੇਜ ਉੱਪਰ ਮੈਂ ਆਖ ਨਹੀਂ ਸਕਦਾ। ਅਸੀਂ ਤੁਹਾਡੀਆਂ ਜਾਨਾਂ ਦੇ ਲਈ ਦੁਹਾਈ ਦਿੰਦੇ ਹਾਂ। ਪਰਮੇਸ਼ਰ ਦੇ ਸੇਵਕ ਦੀ ਆਵਾਜ਼ ਸੁਣੋ, ਜਿਸ ਨੇ ਆਪਣਾ ਘਰ ਛੱਡਣ ਦਾ ਸਮਾਂ ਕੱਢਿਆ ਤਾਂ ਕਿ ਲੌਕਅਪ ਵਿੱਚੋਂ ਬਾਹਰ ਨਿਕਲੇ ਅਤੇ ਬੈਤਲ ਆ ਕੇ ਲੋਕਾਂ ਦੀ ਦੁਹਾਈ ਸੁਣੇ ਅਤੇ ਬਹਾਦਰੀ ਨਾਲ ਉਹਨਾਂ ਦੇ ਲਈ ਪ੍ਰਾਰਥਨਾ ਕਰੇ। ਕੀ ਇਹ ਸੰਦੇਸ਼ ਤੁਹਾਨੂੰ ਢੋਂਗੀ ਵਿਸ਼ਵਾਸੀ ਤੋਂ ਸੱਚੇ ਵਿਸ਼ਵਾਸੀ ਵਿੱਚ ਬਦਲ ਦੇਵੇਗਾ? ਕੀ ਇਹ ਤੁਹਾਨੂੰ ਬੇਪਰਤੀਤੇ ਤੋਂ ਬਦਲ ਕੇ ਪਰਮੇਸ਼ਰ ਅੱਗੇ ਝੁਕਾਵੇਗਾ? ਪਾਪੀਓ, ਕੀ ਤੁਸੀਂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਓਗੇ? ਹਾਂ। ਕੀ ਤੁਸੀਂ ਆਪਣੀ ਜਥੇਬੰਦੀ ਵਿੱਚੋਂ ਬਾਹਰ ਨਿਕਲੋਗੇ? ਕੀ ਤੁਸੀਂ ਹਲੀਮ ਹੋ ਕੇ ਪਰਮੇਸ਼ਰ ਦੇ ਨਬੀ ਮਲਾਕੀ 4 ਦੇ ਏਲੀਆ ਵਿਲੀਅਮ ਬ੍ਰੈਨਹਮ ਨੂੰ ਗ੍ਰਹਿਣ ਕਰੋਗੇ? ਅਸੀਂ ਅਜਿਹਾ ਕੀਤਾ ਹੈ ਅਤੇ ਅਸੀਂ ਇਸ ਤੋਂ ਖੁਸ਼ ਹਾਂ। ਕੀ ਤੁਸੀਂ ਇਸ ਸੰਦੇਸ਼ ਨੂੰ ਮੰਨਣ ਵਾਲੇ ਹੋ? ਇਹ ਵਿਸ਼ਵਾਸ ਕਰੋਗੇ ਕਿ ਪਰਮੇਸ਼ਰ ਨੇ ਪ੍ਰਕਾਸ਼ੀ ਪੋਥੀ 10 ਅਧਿਆਏ ਦੀ ਪਹਿਲੀ ਆਇਤ ਦੀ ਨੁਮਾਇੰਦਗੀ ਕਰਨ ਲਈ ਰੌਬਰਟ ਲੀ ਲਾਂਬਰਟ ਨੂੰ ਭੇਜਿਆ? ਜੇਕਰ ਤੁਸੀਂ ਇਹ ਨਹੀਂ ਕਰ ਰਹੇ ਤਾਂ ਤੁਸੀਂ ਜਿੱਥੇ ਚਾਹੁੰਦੇ ਹੋ ਆਪਣੇ ਆਪ ਨੂੰ ਫਿੱਟ ਕਰੋ, ਭਾਵੇਂ ਇੱਕ ਵਿਸ਼ਵਾਸੀ ਜਾਂ ਇੱਕ ਢੋਂਗੀ ਵਿਸ਼ਵਾਸੀ ਜਾਂ ਫਿਰ ਬੇਪਰਤੀਤ। ਅਸੀਂ ਘੋਸ਼ਣਾ ਕਰਦੇ ਹਾਂ ਕਿ ਅਸੀਂ ਵਿਲੀਅਮ ਬ੍ਰੈਨਹਮ ਅਤੇ ਰੌਬਰਟ ਲੀ ਲਾਂਬਰਟ ਦੇ ਸੰਦੇਸ਼ ਦੇ ਵਿਸ਼ਵਾਸੀ ਹਾਂ ਅਤੇ ਅਸੀਂ ਉਸ ਸਾਰੇ ਦਾ ਵਿਸ਼ਵਾਸ ਕਰਦੇ ਹਾਂ ਜੋ ਪਰਮੇਸ਼ਰ ਦੇ ਸੇਵਾਦਾਰ ਹੁਣ ਪ੍ਰਚਾਰ ਕਰ ਰਹੇ ਹਨ ਅਤੇ ਅਸੀਂ ਜੇਤੂ ਹੋਵਾਂਗੇ। ਅਸੀਂ ਟੋਕਨ ਪ੍ਰਾਪਤ ਕਰਾਂਗੇ। ਇਹ ਇੱਕ ਜਗਾਉਣ ਵਾਲਾ ਸੱਦਾ ਹੈ, ਵੇਕਅਪ ਕਾਲ ਹੈ ਅਤੇ ਸਾਨੂੰ ਸਰਵ ਸ਼ਕਤੀਮਾਨ ਦੁਆਰਾ ਭੇਜੇ ਗਏ ਜਗਾਉਣ ਦੇ ਸੱਦੇ ਨੂੰ ਮੰਨਣਾ ਚਾਹੀਦਾ ਹੈ। ਅਸੀਂ ਨਾਟਕ ਨਹੀਂ ਕਰ ਸਕਦੇ ਕਿ ਅਸੀਂ ਬਹੁਤ ਚੰਗੇ ਹਾਂ ਅਤੇ ਇਹ ਦਿਖਾਵਾ ਕਰੀਏ ਕਿ ਅਸੀਂ ਟੋਕਨ ਲਈ ਤਿਆਰ ਹਾਂ। ਇਹ ਵਿਸ਼ਵਾਸ ਕਰਨਾ ਬਹੁਤ ਵਧੀਆ ਹੈ ਕਿ ਤੁਹਾਡਾ ਨਵੇਂ ਸਿਰੇ ਜਨਮ ਹੋਇਆ ਹੈ। ਹਾਂ, ਨੇਚਾ ਨਾਲ ਇਹਦਾ ਦਾਅਵਾ ਕਰੋ। ਇਸ ਨੇਚਾ ਦਾ ਅੰਗੀਕਾਰ ਕਰਨਾ ਬਹੁਤ ਮਹਾਨ ਚੀਜ਼ ਹੈ ਕਿ ਤੁਸੀਂ ਟੋਕਨ ਪਾਓਗੇ। ਇਹ ਲਗਾਤਾਰ ਵਿਸ਼ਵਾਸ ਕਰਦੇ ਜਾਓ ਕਿ ਤੁਸੀਂ ਟੋਕਨ ਪਾਓਗੇ।
ਲਗਾਤਾਰ ਵਿਸ਼ਵਾਸ ਕਰਦੇ ਜਾਓ ਕਿ ਤੁਸੀਂ ਨਵੇਂ ਸਿਰਿਓਂ ਜਨਮੇ ਹੋ, ਪਰ ਫਿਰ ਵੀ ਆਪਣੇ ਆਪ ਦੀ ਜਾਂਚ ਕਰੋ ਅਤੇ ਵੇਖੋ ਕਿ ਕੀ ਤੁਸੀਂ ਯਿਸੂ ਮਸੀਹ ਦੀ ਨੇਚਰ ਵਿੱਚ ਹੋ। ਹਾਂ, ਆਓ ਅਸੀਂ ਪਰਮੇਸ਼ਰ ਦੇ ਵਿੱਚ ਵਿਸ਼ਵਾਸ ਕਰੀਏ ਅਤੇ ਨੇਚਰ ਰੱਖੀਏ। ਜਿਵੇਂ ਪਰਮੇਸ਼ਰ ਦਾ ਸੇਵਾਦਾਰ ਪ੍ਰਾਰਥਨਾ ਕਰਦਾ ਹੈ, ਨੇਚਰ ਦਾ ਇਕਰਾਰ ਕਰੋ। ਹਾਂ, ਬਹੁਤ ਸਾਰੇ ਨਵਾਂ ਜਨਮ ਪਾ ਚੁੱਕੇ ਹਨ, ਬਹੁਤ ਸਾਰੇ ਪਵਿੱਤਰ ਆਤਮਾ ਦੇ ਮਸਾ ਕੀਤੇ ਹੋਏ ਹਨ, ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਬਹੁਤ ਸਾਰੇ ਆਪਣੇ ਆਪ ਨੂੰ ਇਸ ਸਮੇਂ ਵਿੱਚ ਘੱਟ ਪਾਉਣਗੇ, ਜਦ ਕਿ ਪਰਮੇਸ਼ਰ ਸਾਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਵੇਂ ਕਿ ਅਸੀਂ ਪਰਮੇਸ਼ਰ ਦਾਸ ਨੂੰ ਚਲਾਉਂਦਾ ਹੋਇਆ ਸੁਣਦੇ ਹਾਂ। ਹੋਵੇ ਕਿ ਇਹ ਤੁਹਾਨੂੰ ਪ੍ਰੇਰਨਾ ਦੇਵੇ। ਹਾਂ, ਹੋਵੇ ਕਿ ਇਹ ਤੁਹਾਨੂੰ ਪ੍ਰੇਰਨਾ ਦੇਵੇ। ਪਰਮੇਸ਼ਰ ਦੀਆਂ ਬਰਕਤਾਂ ਤੁਹਾਡੇ ਸਾਰਿਆਂ ਉੱਤੇ ਹੋਣ, ਜਦ ਕਿ ਅਸੀਂ ਤੁਹਾਨੂੰ ਪਰਮੇਸ਼ਰ ਦੇ ਨੇੜੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਸੰਦੇਸ਼ ਇਸ ਲਈ ਪ੍ਰਚਾਰ ਕੀਤਾ ਗਿਆ ਹੈ ਕਿ ਜਿਹੜੇ ਲੋਕ ਸੌਂ ਰਹੇ ਹਨ ਉਹ ਯਿਸੂ ਮਸੀਹ ਦੇ ਨਾਮ 'ਤੇ ਜਾਗ ਪੈਣ। ਮੈਂ ਹੋਰ ਨਹੀਂ ਆਖਾਂਗਾ। ਸਰਵਸ਼ਕਤੀਮਾਨ ਦੀਆਂ ਬਰਕਤਾਂ ਸਭਨਾਂ 'ਤੇ ਹੋਣ ਅਤੇ ਸਾਰੇ ਆਪਣੇ ਆਪ ਨੂੰ ਸੱਚੇ ਵਿਸ਼ਵਾਸੀ ਦੇ ਰੂਪ ਵਿੱਚ ਲੱਭ ਸਕਣ। ਆਮੀਨ, ਆਮੀਨ ਤੇ ਆਮੀਨ।